ਅਸੀਂ ਚੱਲਦੇ ਹਾਂ ਤੇ ਥੋੜ੍ਹੇ ਸਮੇਂ ਦੇ ਵਿੱਚ ਤੰਦਰੁਸਤ ਹੋ ਜਾਂਦੇ ਹਾਂ। ਇਸੇ ਤਰ੍ਹਾਂ ਜਦੋਂ ਮਨ ਪਰੇਸ਼ਾਨ ਹੋਵੇ ਤੇ ਗੁਰੂ ਦਾ ਸਿੱਖ ਗੁਰੂ ਦੇ ਕੋਲ ਜਾਂਦਾ ਹੈ ਤੇ ਗੁਰੂ ਨੂੰ ਜਾ ਕੇ ਬੇਨਤੀ ਕਰਦਾ ਹੈ ਕਿ ਮਹਾਰਾਜ ਸੁੱਖ ਕਿਵੇਂ ਪ੍ਰਾਪਤ ਹੋ ਸਕਦਾ ਹੈ, ਦੁੱਖਾਂ ਦੀ ਨਿਵਰਤੀ ਕਿਵੇਂ ਹੋ ਸਕਦੀ ਹੈ, ਜੰਮਣ ਮਰਨ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਕਾਲ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਤੇ ਫਿਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ, ਗੁਰ ਸੇਵਾ ਤੇ ਸੁਖ ਊਪਜੈ, ਫਿਰ ਦੁੱਖ ਨਾ ਲੱਗੇ ਆਏ। ਗੁਰੂ ਦੀ ਸੇਵਾ ਕੀ ਹੈ? ਸਭ ਤੋਂ ਪਹਿਲਾਂ ਗੁਰੂ ਦੀ ਸੇਵਾ ਦੇ ਬਾਰੇ ਆਮ ਕਰਕੇ ਆਪਾਂ ਵੀ ਚਲੋ ਕਿਸੇ ਨੇ ਜੀ ਆ ਲੰਗਰ ਦੀ ਸੇਵਾ ਕਰ ਦਿੱਤੀ, ਕਿਸੇ ਨੇ ਕੋਈ ਰੁਮਾਲੇ ਦੀ ਸੇਵਾ ਕਰ ਦਿੱਤੀ, ਕਿਸੇ ਨੇ ਕੋਈ ਝਾੜੂ ਪੋਚੇ ਦੀ ਸੇਵਾ ਕਰ ਦਿੱਤੀ। ਇੱਕ ਤੇ ਇਹ ਸੇਵਾ ਹੈ। ਅਸਲੀ ਸੇਵਾ ਕਿਹੜੀ ਹੈ? ਅਸਲੀ ਸੇਵਾ ਹੈ ਗੁਰੂ ਦੇ ਹੁਕਮ ਦੇ ਅੰਦਰ ਚੱਲਣਾ, ਗੁਰੂ ਦੀ ਰਜ਼ਾ ਦੇ ਵਿੱਚ ਚੱਲਣਾ, ਗੁਰੂ ਦੇ ਭਾਣੇ ਵਿੱਚ ਚੱਲਣਾ। ਕਿਉਂਕਿ ਦੋ ਤਰ੍ਹਾਂ ਦੀ ਸੇਵਾ ਹੈ, ਸਕਾਮ ਸੇਵਾ ਤੇ ਨਿਸਕਾਮ ਸੇਵਾ। ਸਕਾਮ ਸੇਵਾ ਹੁੰਦੀ ਹੈ ਜਿਹੜੀ ਅਸੀਂ ਕਿਸੇ ਕਾਰਜ ਵਾਸਤੇ, ਜੇ ਅਸੀਂ ਝਾੜੂ ਪੋਚਾ ਸਵੇਰੇ ਗੁਰੂ ਘਰ ਦੇ ਵਿੱਚ ਲਾਉਣੇ, ਕੋਈ ਦਰੀਆਂ ਝਾੜਦਾ ਏ ਜਾਂ ਕੋਈ ਲੰਗਰ ਦੀ ਸੇਵਾ ਕਰਦਾ ਹੈ, ਕੋਈ ਸੁਖਮਨੀ ਸਾਹਿਬ ਦੀ, ਕੋਈ ਅਖੰਡ ਪਾਠ ਸਾਹਿਬ ਦੀ ਸੇਵਾ, ਉਹ ਸਾਡਾ ਕੋਈ ਨਾ ਕੋਈ ਪ੍ਰਯੋਜਨ ਉਹਦੇ ਨਾਲ ਜੁੜਿਆ ਹੁੰਦਾ ਹੈ ਕਿ ਮਹਾਰਾਜ ਮੇਰਾ ਫਲਾਨਾ ਕਾਰਜ ਹੋ ਜਾਵੇ ਤੇ ਮੈਂ ਸੇਵਾ ਕਰਾਂਗਾ, ਜਾਂ ਮੈਂ ਇੰਨੇ ਦਿਨ ਸੇਵਾ ਕਰਾਂਗਾ, ਮੇਰੇ ਫਲਾਨਾ ਕਾਰਜ ਜਿਹੜਾ ਰਾਸ ਹੋ ਜਾਵੇ। ਉਹ ਸਿਰਫ ਇੱਕ ਕੰਮ ਦੇ ਵਾਸਤੇ ਹੈ। ਜਿਵੇਂ ਕੋਈ ਜਗਿਆਸੂ ਕਿਸੇ ਮਹਾਂਪੁਰਖ ਦੇ ਕੋਲ ਗਿਆ ਤੇ ਉਹਨੇ ਜਾ ਕੇ ਸਵਾਲ ਕੀਤਾ ਕਿ ਮਹਾਂਪੁਰਖੋ, ਮਨ ਦੇ ਵਿੱਚ ਇੱਕ ਸ਼ੰਕਾ ਹੈ। ਕਹਿਣ ਲੱਗੇ ਦੱਸ। ਕਹਿਣ ਲੱਗਾ ਸ਼ੰਕਾ ਇਹ ਹੈ ਕਿ ਜਦੋਂ ਦੇਖਦਾ ਹੈ ਤੇ ਧਰਤੀ ਦੇ ਉੱਪਰ ਬਹੁਤ ਧਾਰਮਿਕ ਸਥਾਨ ਬਣੇ ਹੈ, ਰੱਬ ਦੇ ਨਾਂ ਦੇ ਉੱਪਰ ਬੜੇ ਮੰਦਰ, ਬੜੇ ਗੁਰਦੁਆਰੇ, ਬੜੇ ਗਿਰਜਾ ਘਰ, ਪਤਾ ਹੀ ਨਹੀਂ ਕਿੰਨੇ ਕੁ ਰੱਬ ਦੇ ਨਾਂ ਦੇ ਉੱਪਰ ਬਣੇ ਹੈ ਸਥਾਨ, ਤੇ ਲੋਕ ਵੀ ਪਤਾ ਨਹੀਂ ਕਿੰਨੇ ਕਿੰਨਾ ਧਾਰਮਿਕ ਸਥਾਨਾਂ 'ਤੇ ਰੋਜ਼ਾਨਾ ਜਾਂਦੇ ਹੈ। ਪਰ ਜਿਹਨੂੰ ਵੀ ਪੁੱਛੀਦਾ ਸਾਰੇ ਕਹਿੰਦੇ ਆ ਚਿੰਤਾ ਬੜੀ ਹੈ, ਮਨ ਬੜਾ ਪਰੇਸ਼ਾਨ ਹੈ, ਕੋਈ ਮਨ ਕਰਕੇ ਦੁਖੀ, ਕੋਈ ਕਿਸੇ ਸਰੀਰ ਕਰਕੇ ਦੁਖੀ ਹੈ, ਕਿਸੇ ਨੂੰ ਕੋਈ ਰੋਗ ਹੈ, ਕਿਸੇ ਨੂੰ ਕੋਈ ਰੋਗ ਹੈ, ਹਰ ਬੰਦਾ ਦੁਖੀ ਹੈ। ਇੰਨੇ ਰੱਬ ਦੇ ਨਾਂ 'ਤੇ ਅਸਥਾਨ ਹੋਣ ਦੇ ਬਾਵਜੂਦ ਵੀ ਬੰਦਾ ਚਿੰਤਾ ਦੇ ਵਿੱਚ ਹੈ। ਫਿਰ ਕੀ ਫਾਇਦਾ ਇਹਨਾਂ ਧਾਰਮਿਕ ਸਥਾਨਾਂ 'ਤੇ ਆਉਣ ਦਾ? ਮਹਾਂਪੁਰਖ ਜਿਸ ਨਗਰ ਵਿੱਚ ਬੈਠੇ ਸੀ ਉਹਨੂੰ ਪੁੱਛਦੇ ਆ ਵੀ ਇਸ ਨਗਰ ਦੇ ਵਿੱਚ ਕਿੰਨੇ ਕੁ ਘਰ ਹੋਣਗੇ? ਕਹਿੰਦਾ ਜੀ ਕੋਈ 100 ਦੇ ਕਰੀਬ ਘਰ ਹੋਣੇ ਹੈ। ਕਹਿੰਦੇ ਫਿਰ ਇੱਦਾਂ ਕਰ, ਇੱਕ ਕਲਮ ਤੇ ਇੱਕ ਕਾਗਜ਼ ਲੈ ਜਾ, ਸਾਰੇ ਪਿੰਡ ਦੇ ਵਿੱਚ ਜਾ, ਤਕਰੀਬਨ ਸਾਰੇ ਲੋਕ ਜਿਹੜੇ ਹੈ ਕਿਸੇ ਨਾ ਕਿਸੇ ਵਕਤ ਗੁਰੂ ਘਰ ਦੇ ਵਿੱਚ ਆਉਂਦੇ ਨੇ, ਕੋਈ ਮੰਦਰ ਜਾਂਦਾ ਹੋਵੇਗਾ, ਕੋਈ ਗੁਰਦੁਆਰੇ ਆਉਂਦਾ ਹੋਵੇਗਾ, ਉਹਨਾਂ ਸਾਰਿਆਂ ਨੂੰ ਪੁੱਛ ਕੇ ਆ ਤੇ ਉਹਨਾਂ ਦੀ ਭਾਵਨਾ ਲਿਖ ਕੇ ਲੈ ਕੇ ਆਵੀਂ ਵੀ ਤੁਸੀਂ ਸਵੇਰੇ ਜਾਂ ਸ਼ਾਮ ਨੂੰ ਗੁਰਦੁਆਰੇ ਸਾਹਿਬ ਜਾਂਦੇ, ਮੰਦਰ ਵਿੱਚ ਜਾਂਦੇ, ਕਾਹਦੇ ਵਾਸਤੇ ਜਾਂਦੇ ਜੀ? ਉਹ ਕਹਿੰਦਾ ਠੀਕ ਹੈ। ਹੁਣ ਸਾਰੇ ਨਗਰ ਦੇ ਵਿੱਚ ਗਿਆ, ਸਾਰਿਆਂ ਕੋਲੋਂ ਨੇ ਲਿਖਾ ਲਿਆ। ਕਿਸੇ ਨੇ ਕਿਹਾ ਜੀ ਮੇਰਾ ਬੱਚਾ ਪੜ੍ਹਦਾ ਨਹੀਂ, ਉਸ ਕਰਕੇ ਜਾਣਾ ਹੈ ਕਿ ਮੇਰਾ ਬੱਚਾ ਪੜ੍ਹ ਲਿਖ ਜਾਵੇ। ਕਿਸੇ ਨੇ ਕਿਹਾ ਮੈਨੂੰ ਕੋਈ ਫਲਾਨਾ ਦੁੱਖ ਹੈ, ਮੈਂ ਉਹਦਾ ਕਰਕੇ ਜਾਣਾ ਹੈ ਗੁਰੂ ਘਰ ਦੇ ਵਿੱਚ ਮੇਰਾ ਫਲਾਨਾ ਦੁੱਖ ਠੀਕ ਹੋ ਜਾਵੇ। ਕਿਸੇ ਨੇ ਕਿਹਾ ਕਿ ਸਾਡੀ ਆ ਫਲਾਨੀ ਪਰੇਸ਼ਾਨੀ ਹੈ, ਇਸ ਕਰਕੇ ਅਸੀਂ ਜਾਣੇ। ਕਿਸੇ ਨੇ ਕਿਹਾ ਸਾਡੇ 'ਤੇ ਮੁਕੱਦਮਾ ਚੱਲਦਾ ਹੈ, ਕਿ ਥਾਂ ਦਾ ਝਗੜਾ ਹੈ। ਕਿਸੇ ਨੇ, ਸਾਰਿਆਂ ਨੇ ਵੱਖੋ ਵੱਖਰੇ ਢੰਗ ਜਿਹੜੇ ਸੀ ਉਹ ਕੋਈ ਨਾ ਕੋਈ ਦੱਸਿਆ ਵੀ ਇਸ ਕਰਕੇ ਅਸੀਂ ਇਹ ਧਾਰਮਿਕ ਸਥਾਨਾਂ 'ਤੇ ਸਵੇਰੇ ਜਾਂ ਸ਼ਾਮ ਨੂੰ ਹਾਜ਼ਰੀ ਭਰ ਕੇ ਅਰਦਾਸ ਬੇਨਤੀ ਕਰਦੇ ਹਾਂ ਵੀ ਸਾਡਾ ਇਹ ਮਸਲਾ ਹੱਲ ਹੋ ਜਾਵੇ। ਹੁਣ ਮਹਾਂਪੁਰਖਾਂ ਨੇ ਬੜਾ ਸੋਹਣਾ ਜਵਾਬ ਦਿੱਤਾ। ਕਹਿਣ ਲੱਗੇ ਦੇਖ, ਇਹ ਸਾਰੇ ਕਿਸੇ ਨਾ ਕਿਸੇ ਪਰੇਸ਼ਾਨੀ ਕੋਈ ਲੈ ਕੇ ਆਉਂਦੇ ਹੈ, ਇੱਥੇ ਆ ਕੇ ਗੁਰੂ ਦੀ ਮੰਗ ਕੋਈ ਨਹੀਂ ਕਰਦਾ, ਪਰਮੇਸ਼ਰ ਦੀ ਮੰਗ ਕੋਈ ਨਹੀਂ ਕਰਦਾ। ਕੋਈ ਕਿਸੇ ਨੇ ਆ ਕੇ ਇਹ ਗੱਲ ਨਹੀਂ ਕਹੀ ਕਿ ਮੈਂ ਸਿਰਫ ਪਰਮੇਸ਼ਰ ਦੇ ਵਾਸਤੇ ਆਉਣਾ ਹੈ ਕਿ ਮੇਰੇ 'ਤੇ ਮਾਲਕ ਖੁਸ਼ ਹੋ ਜਾਵੇ, ਮੈਂ ਉਹਦੇ ਹੁਕਮ ਦੇ ਵਿੱਚ ਚੱਲਾਂ, ਉਹਦੀ ਆਗਿਆ ਦੇ ਵਿੱਚ ਚੱਲਣਾ। ਸਾਰੇ ਕੇਵਲ ਆਪਣੀਆਂ ਗੱਲਾਂ ਮਨਾਉਣ ਵਾਸਤੇ ਹੀ ਗੁਰੂ ਦੇ ਕੋਲ ਆਉਂਦੇ ਹੈ। ਇਸ ਕਰਕੇ ਸਾਰੇ ਦੁਖੀ ਹੈ, ਪਰੇਸ਼ਾਨ ਹੈ, ਕਿਉਂਕਿ ਗੁਰੂ ਸਾਹਿਬ ਦਾ ਹੁਕਮ ਹੈ ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਜੇ ਮਨ ਦੀ ਭੁੱਖ ਲੱਥ ਸਕਦੀ ਹੈ, ਚਿੰਤਾ ਲੱਥ ਸਕਦੀ ਹੈ, ਦੁੱਖ ਦੂਰ ਹੋ ਸਕਦੇ ਹੈ ਤੇ ਕੇਵਲ ਗੁਰੂ ਦੇ ਹੁਕਮ ਵਿੱਚ ਚੱਲਣ ਦੇ ਨਾਲ। ਇੱਥੇ ਸਾਹਿਬ ਨੇ ਬਚਨ ਕੀਤੇ, ਗੁਰ ਸੇਵਾ ਤੇ ਸੁਖ ਉਪਜੈ।
ਗੁਰੂ ਦੀ ਸੇਵਾ, ਗੁਰੂ ਦੀ ਰਜ਼ਾ ਦੇ ਵਿੱਚ ਚੱਲਣ ਦੇ ਨਾਲ ਤੈਨੂੰ ਸੁੱਖ ਮਿਲੇਗਾ। ਹੁਣ ਆਪਾਂ ਥੋੜ੍ਹਾ ਜਿਹਾ ਧਿਆਨ ਦਈਏ, ਜਦੋਂ ਆਪਾਂ ਪਿਛਲਾ ਇਤਿਹਾਸ ਵੇਖਦੇ ਹਾਂ, ਲੋਕ ਜਿਹੜੇ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ, ਅਤੇ ਲੋਕਾਂ ਨੂੰ, ਖਾਸ ਕਰਕੇ ਸਿੱਖਾਂ ਨੂੰ ਪਿੰਡਾਂ ਦੇ ਵਿੱਚ, ਘਰਾਂ ਦੇ ਵਿੱਚ ਰਹਿਣ ਦਾ ਵੀ ਹੁਕਮ ਨਹੀਂ ਸੀ, ਜੰਗਲਾਂ ਬੇਲਿਆਂ ਵਿੱਚ ਰਿਹਾ ਕਰਦੇ ਸਨ। ਮਤਲਬ ਇੱਦਾਂ ਦੇ ਹਾਲਾਤ ਸਨ ਕਿ ਉਹ ਘਰ ਦੇ ਵਿੱਚ ਵੀ ਨਹੀਂ ਰਹਿ ਸਕਦੇ। ਉਹ ਜੰਗਲਾਂ ਬੇਲਿਆਂ ਵਿੱਚ ਉਹਨਾਂ ਦੇ ਟਿਕਾਣੇ, ਉੱਥੇ ਹੀ ਉਹਨਾਂ ਦੇ ਬੱਚੇ ਰਹਿਣੇ, ਘੋੜਿਆਂ ਦੀਆਂ ਕਾਠੀਆਂ ਦੇ ਉੱਪਰ ਹੀ ਉਹਨਾਂ ਦੇ ਘਰ ਹੋਣੇ, ਭੁੱਜੇ ਛੋਲੇ ਜਿਹੜੇ ਸੀ ਉਹਨਾਂ ਦੇ ਕੋਲ ਹੋਣੇ, ਉਹੀ ਫੱਕਾ ਮਾਰ ਲੈਣਾ ਅਤੇ ਛਕ ਲੈਣਾ। ਬੜੇ ਹਾਲਾਤ ਜਿਹੜੇ ਸੀ ਮਾੜੇ ਸਨ, ਪਰ ਸਿੱਖ ਚੜ੍ਹਦੀ ਕਲਾ ਦੇ ਵਿੱਚ ਸਨ। ਉਹ ਕਦੇ ਵੀ ਗੁਰੂ ਨੂੰ, ਆਪਣੇ ਨੂੰ ਮਿਹਣਾ ਨਹੀਂ ਸੀ ਮਾਰਦੇ। ਉਹ ਜੰਗਲਾਂ ਬੇਲਿਆਂ ਵਿੱਚ ਰਹਿ ਕੇ, ਭੁੱਜੇ ਛੋਲੇ ਖਾ ਕੇ, ਪਾਣੀ ਦੀ ਘੁੱਟ ਭਰ ਕੇ, ਤਾਂ ਵੀ ਉਹ ਆਨੰਦ ਦੇ ਵਿੱਚ ਸੀ। ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਸੀ। ਅੱਜ ਵੱਡੀਆਂ ਵੱਡੀਆਂ ਕੋਠੀਆਂ, ਏਸੀ ਲੱਗੇ ਹੈ, ਪਹਿਨਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਕੱਪੜੇ ਹੈ, ਫਿਰ ਵੀ ਬੰਦਾ ਪਰੇਸ਼ਾਨ ਹੈ। ਕਿਉਂ ਪਰੇਸ਼ਾਨ? ਕਿਉਂਕਿ ਤ੍ਰਿਸ਼ਨਾ ਜ਼ਿਆਦਾ ਵੱਧ ਗਈ ਹੈ ਬੰਦੇ ਦੀ, ਭੁੱਖ ਜ਼ਿਆਦਾ ਵੱਧ ਗਈ। ਉਦੋਂ ਭੁੱਖ ਨਹੀਂ ਸੀ, ਤ੍ਰਿਸ਼ਨਾ ਨਹੀਂ ਸੀ। ਰੱਬ ਦੀ ਰਜ਼ਾ ਦੇ ਵਿੱਚ, ਰੱਬ ਦੇ ਰੰਗ ਦੇ ਵਿੱਚ ਦਿਨ ਕੱਟਦੇ ਸੀ ਅਤੇ ਆਨੰਦ ਵਿੱਚ ਸਨ। ਹੁਣ ਭਾਵੇਂ ਕਿ ਲੰਬਾਰੀ ਭਰੀ ਪਈ ਹੋਵੇ ਕੱਪੜਿਆਂ ਦੇ ਨਾਲ, ਫਿਰ ਵੀ ਮਨ ਵਿੱਚ ਹੁੰਦਾ ਵੀ ਨਵਾਂ ਸੂਟ ਆ ਗਿਆ, ਵੀ ਸਵਾ ਹੀ ਲਈਏ। ਜੁੱਤੀਆਂ ਜੋੜੇ ਤੇ ਭਾਵੇਂ ਵਾਧੂ ਹੋਣ, ਫਿਰ ਵੀ ਹੁੰਦਾ ਵੀ ਨਵਾਂ ਫਲਾਣੇ ਨੇ ਪਾਇਆ, ਇਹਦੇ ਨਾਲ ਦਾ ਲੈ ਕੇ ਆਉਣਾ ਹੈ। ਮਨ ਜਿਹੜਾ ਹੈ ਨਾ, ਉਹ ਹੁਣ ਇਸ ਪਾਸੇ ਨੂੰ ਤੁਰ ਪਿਆ ਹੈ। ਪਹਿਲਾਂ ਖੱਦਰ ਦੇ ਕੁੜਤਾ ਹੋਣਾ, ਇੱਕ ਅੱਧਾ ਹੀ ਕੁੜਤਾ ਹੋਣਾ ਖੱਦਰ ਦਾ, ਅਤੇ ਧੌਲੀ ਦੀ ਜੁੱਤੀ ਹੋਣੀ, ਉਹੀ ਪਾ ਛੱਡਣੀ ਸਾਰੇ। ਉਹਦੇ ਨਾਲ ਕਈ ਵਾਰੀ ਇੱਕ ਇੱਕ ਜੁੱਤੀ ਦੇ ਨਾਲ ਸਾਰੀ ਜ਼ਿੰਦਗੀ ਲੰਘ ਜਾਣੀ, ਅਤੇ ਇੱਕ ਕੁੜਤੇ ਪਜਾਮੇ ਦੇ ਨਾਲ ਕਈ ਵਾਰੀ 2-2 ਸਾਲ ਕੱਢ ਦੇਣੇ ਉਹਨਾਂ ਨੇ। ਅਤੇ ਹੁਣ ਲੰਬਾਰੀਆਂ ਭਰੀਆਂ ਪਈਆਂ, ਮਨ ਫਿਰ ਵੀ ਪਰੇਸ਼ਾਨ ਹੈ। ਖਾਣ ਵਾਸਤੇ ਪਦਾਰਥ ਇੰਨੇ ਹੈ, ਕੋਈ ਹਿਸਾਬ ਨਹੀਂ, ਮਨ ਫਿਰ ਵੀ ਪਰੇਸ਼ਾਨ ਹੈ। ਅਤੇ ਬਜ਼ੁਰਗਾਂ ਦੀਆਂ, ਜਦੋਂ ਪੁਰਾਣਿਆਂ ਦੀਆਂ ਕਿਤੇ ਬਹਿ ਕੇ ਉਹਨਾਂ ਤੋਂ ਗੱਲਾਂ ਸੁਣੋ, ਉਹ ਕਹਿੰਦੇ ਵੀ ਕਈ ਵਾਰੀ ਰੋਟੀ ਜਿਹੜੀ ਵੱਧ ਜਾਣੀ ਅਤੇ ਸੁੱਟਦੇ ਨਹੀਂ ਸੀ ਹੁੰਦੇ, ਉਹਨੂੰ ਕੀ ਕਰਨਾ, ਸਵੇਰੇ ਭੇਂ ਲੈਣਾ ਅਤੇ ਗੁੜ ਵਿੱਚ ਪਾ ਲੈਣਾ ਅਤੇ ਉਹਨੂੰ ਫੇਰ ਖਾ ਲੈਣਾ। ਭਾਵ ਕਹਿਣ ਦਾ ਕਿ ਇਹੋ ਜਿਹੇ ਢੰਗ ਦੇ ਨਾਲ ਜਿਹੜੇ ਅਸੀਂ ਦਿਨ ਕੱਟਦੇ ਸਨ, ਪਰ ਆਨੰਦ ਵਿੱਚ ਸਨ। ਕੋਈ ਪਰੇਸ਼ਾਨੀ ਨਹੀਂ, ਕੋਈ ਦੁੱਖ ਨਹੀਂ। ਮਿਹਨਤ ਕਰਦੇ ਸੀ, ਆਪਣੀ ਦਸਾਂ ਨੌਆਂ ਦੀ ਕਿਰਤ ਕਰਦੇ ਸੀ, ਪਸੀਨਾ ਕੱਢਦੇ ਸੀ, ਅਤੇ ਕੋਈ ਪਰੇਸ਼ਾਨੀ ਨਹੀਂ ਸੀ, ਕੋਈ ਦੁੱਖ ਨਹੀਂ ਸੀ। ਕੋਈ ਫਿਲਟਰ ਨਹੀਂ ਸੀ ਲੱਗਾ, ਕੋਈ ਏਸੀ ਨਹੀਂ ਸੀ ਲੱਗਾ, ਬਸ ਖਾਲ ਦੇ ਵਿੱਚ ਵਗਦਾ ਹੀ ਪਾਣੀ ਪੀ ਲੈਣਾ, ਅਤੇ ਕੋਈ ਪਰੇਸ਼ਾਨੀ ਨਹੀਂ ਸੀ। ਹੁਣ ਫਿਲਟਰ ਵਾਲਾ ਪਾਣੀ ਪੀ ਕੇ ਵੀ ਰੋਗ ਲੱਗਦੇ ਪਏ ਆ, ਸਾਫ ਸੁਥਰਾ ਖਾਣਾ ਖਾ ਕੇ ਫਿਰ ਰੋਗੀ ਬਣੇ ਪਏ ਹੈ। ਪਰ ਕਾਰਨ ਕੀ ਹੈ? ਥੋੜ੍ਹਾ ਜਿਹਾ ਧਿਆਨ ਦਿਓ। ਉਦੋਂ ਮਾਈਆਂ ਜਿਹੜੀਆਂ ਸੀ ਨਾ, ਹੱਥ ਵਾਲੀਆਂ ਚੱਕੀਆਂ ਹੁੰਦੀਆਂ ਸੀ, ਉਹਦੇ ਨਾਲ ਆਟਾ ਪੀਸਣਾ। ਇੱਕ ਤਾਂ ਸਰੀਰ ਜਿਹੜਾ ਸੀ ਉਹ ਤੰਦਰੁਸਤ ਰਹਿਣਾ, ਇੱਕ ਆਟਾ ਠੰਡਾ ਹੁੰਦਾ ਸੀ। ਉਹਦੇ ਵਿੱਚ ਜਿਹੜੀ ਆਪਾਂ ਕਣਕ, ਜਿਹੜੀ ਅੱਜ ਕੱਲ੍ਹ ਹੁਣ ਚੱਕੀਆਂ ਤੋਂ ਪਿਹਾ ਕੇ ਲਿਆਉਣੇ ਵੱਡੀਆਂ ਚੱਕੀਆਂ, ਉਹ ਸਾਰਾ ਕੁਝ ਹੀ ਸਾੜ ਕੇ ਰੱਖ ਦਿੰਦੀਆਂ। ਤਾਕਤ ਨਹੀਂ ਰਹੀ ਉਸ ਆਟੇ ਦੇ ਵਿੱਚ। ਰੋਟੀ ਭਾਵੇਂ ਅਸੀਂ ਖਾਂਦੇ ਹਾਂ, ਪਰ ਤਾਕਤ ਖਤਮ ਹੋ ਗਈ। ਪਹਿਲਾਂ ਮਾਈਆਂ ਨੇ ਥੋੜ੍ਹੇ ਜਿਹੇ ਛੋਲੇ ਪਾਉਣੇ, ਨਾਲ ਵਿੱਚ ਆਟਾ ਪਾਉਣਾ, ਕਣਕ ਪਾਉਣੀ, ਅਤੇ ਉਹਨੂੰ ਪੀ ਕੇ ਅਤੇ ਉਹਦੀ ਰੋਟੀ ਤਿਆਰ ਕਰਕੇ ਖਾਣੀ। ਘਰ ਦਾ ਆਪਣਾ ਦੁੱਧ, ਘਿਓ ਹੋਣਾ, ਮੱਖਣ ਹੋਣਾ। ਮਾਈਆਂ ਨੇ ਸਵੇਰੇ ਦੁੱਧ ਰਿੜਕਣਾ। ਹੁਣ ਹਰ ਬੰਦਾ ਚਾਹੁੰਦਾ ਹੈ ਵੀ ਕੰਮ ਨਾ ਕਰਨਾ ਪਵੇ, ਅਤੇ ਦੁੱਧ ਵੀ ਮਿਲੇ, ਅਤੇ ਮੱਖਣ ਵੀ ਮਿਲੇ, ਅਤੇ ਮਿਲੇ ਵੀ ਸਾਫ ਸੁਥਰਾ ਹੈ। ਉਹ ਨਹੀਂ ਮਿਲਦਾ। ਜਦੋਂ ਅਸੀਂ ਆਪਣੇ ਹੱਥੀਂ ਕੰਮ ਕਰਨਾ ਛੱਡ ਦਿੱਤਾ, ਕਿਰਤ ਕਰਨੀ ਛੱਡ ਦਿੱਤੀ, ਅਤੇ ਸਤਿਗੁਰ ਪਾਤਸ਼ਾਹ ਕਹਿੰਦੇ ਜਦੋਂ ਗੁਰੂ ਦੇ ਹੁਕਮ ਦੇ ਵਿੱਚ ਚੱਲੇਗਾ, ਹਾਲੇ ਤੋਂ ਗੁਰੂ ਨੂੰ ਹੁਕਮ ਮਨਾਉਣਾ ਚਾਹੁੰਦਾ ਹੈ ਕਿ ਮਹਾਰਾਜ ਫਲਾਨਾ ਕੰਮ ਇੱਦਾਂ ਕਰ ਦਿਓ, ਇੱਦਾਂ ਕਰ ਦਿਓ। ਜਦੋਂ ਗੁਰੂ ਦੀ ਰਜ਼ਾ ਦੇ ਵਿੱਚ ਚੱਲਣਾ ਸ਼ੁਰੂ ਕਰ ਦੇਵੇਗਾ, ਅਤੇ ਗੁਰੂ ਨੇ ਕਿਹਾ ਸੀ ਦਸਾਂ ਨੌਆਂ ਦੀ ਕਿਰਤ ਕਰ, ਰੱਬ ਦੇ ਭਾਣੇ ਵਿੱਚ ਰਹੇ, ਪਰ ਇੱਥੇ ਅਸੀਂ ਕਿਰਤ ਛੱਡ ਕੇ ਬੈਠ ਗਏ। ਅਤੇ ਸਤਿਗੁਰੂ ਜੀ ਕਿਰਪਾ ਕਰਦੇ, ਤੈਨੂੰ ਸੁੱਖ ਮਿਲੇਗਾ ਉਦੋਂ ਜਦੋਂ ਗੁਰੂ ਦੀ ਰਜ਼ਾ ਦੇ ਵਿੱਚ, ਗੁਰੂ ਦੇ ਭਾਣੇ ਦੇ ਵਿੱਚ, ਗੁਰੂ ਦੇ ਹੁਕਮ ਦੇ ਵਿੱਚ ਚੱਲੇਗਾ। ਅਤੇ ਸਾਹਿਬ ਜੀ ਕਿਰਪਾ ਕਰਦੇ, ਫਿਰ ਦੁੱਖ ਨਾ ਲੱਗੇ ਆਏ, ਫਿਰ ਕੋਈ ਦੁੱਖ ਨਹੀਂ ਲੱਗੇਗਾ, ਕੋਈ ਮਨ ਦੇ ਵਿੱਚ ਪਰੇਸ਼ਾਨੀ ਨਹੀਂ, ਕੋਈ ਚਿੰਤਾ ਨਹੀਂ। ਜੰਮਣ ਮਰਨਾ ਮਿਟ ਗਿਆ। ਜਿਹੜਾ ਜੰਮਣ ਮਰਨਾ ਸੀ ਗੁਰੂ ਨੇ ਉਹ ਵੀ ਮਿਟਾ ਦਿੱਤਾ। ਕਦੇ ਮਨ ਜਿਹੜਾ ਸੀ ਡੂੰਘੀਆਂ ਸੋਚਾਂ ਵਿੱਚ ਚਲੇ ਜਾਂਦਾ ਸੀ, ਅਤੇ ਕਦੇ 4 ਪੈਸੇ ਆਉਂਦੇ ਸੀ ਉੱਚੀਆਂ ਛਾਲਾਂ ਮਾਰਦਾ ਸੀ। ਇਹ ਜੰਮਣ ਮਰਨਾ ਜਿਹੜਾ ਸੀ ਉਹ ਖਤਮ ਹੋ ਗਿਆ। ਕਾਲੇ ਕਾ ਕਿਸ ਨਾ ਵਸਾਏ। ਹੁਣ ਕਾਲ ਦਾ ਵੀ ਕੋਈ ਜ਼ੋਰ ਨਹੀਂ, ਭਾਵ ਕਿ ਮੌਤ ਦਾ ਵੀ ਡਰ ਕੋਈ ਨਹੀਂ। ਕਿਉਂਕਿ ਉਹ ਜਦੋਂ ਅਸੀਂ ਖਾਲਸੇ ਦੇ ਜੀਵਨ ਨੂੰ ਪੜ੍ਹਦੇ ਹਾਂ, ਉਹਨਾਂ ਜੁਝਾਰੂ ਸਿੰਘਾਂ ਦੇ,
ਉਹਨਾਂ ਮਾਈਆਂ ਦੇ ਜੀਵਨ ਨੂੰ ਪੜ੍ਹ ਕੇ ਦੇਖਦੇ ਹਾਂ ਵੀ ਕਮਾਲ ਦਾ ਜੀਵਨ ਸੀ। ਜੰਗਲਾਂ ਬੇਲਿਆਂ ਵਿੱਚ ਰਹਿ ਕੇ ਵੀ ਉਹ ਚੜ੍ਹਦੀ ਕਲਾ ਦੇ ਵਿੱਚ ਸੀ, ਕੋਈ ਪਰੇਸ਼ਾਨੀ ਨਹੀਂ ਸੀ, ਕੋਈ ਮੌਤ ਦਾ ਡਰ ਨਹੀਂ ਸੀ ਉਹਨਾਂ ਨੂੰ, ਕਿਉਂਕਿ ਗੁਰੂ ਦੇ ਭੈ ਦੇ ਵਿੱਚ, ਗੁਰੂ ਦੀ ਰਜ਼ਾ ਦੇ ਵਿੱਚ ਰਹਿੰਦੇ ਸਨ। ਜਿਵੇਂ ਜਿਵੇਂ ਬੰਦੇ ਦੇ ਕੋਲ ਸੁੱਖ ਸਹੂਲਤਾਂ ਵੱਧਦੀਆਂ ਜਾਂਦੀਆਂ, ਉਵੇਂ ਉਵੇਂ ਬੰਦਾ ਮੌਤ ਤੋਂ ਡਰਦਾ ਹੈ। ਜਿਵੇਂ ਜਿਵੇਂ ਸਹੂਲਤਾਂ ਜ਼ਿਆਦੀਆਂ ਆਉਂਦੀਆਂ ਜਾਂਦੀਆਂ ਨਾ, ਉਹਨੂੰ ਹੁੰਦਾ ਹੈ ਵੀ ਕਿਤੇ ਹੁਣ ਇਹ ਮੇਰੇ ਤੋਂ ਵਿਛੜ ਨਾ ਜਾਵੇ ਸਾਰਾ ਕੁਝ। ਤੇ ਸਾਹਿਬ ਜੀ ਕਿਰਪਾ ਕਰਦੇ, ਹਰ ਛੇਤੀ ਮਨ ਰੱਬ ਰਹਿਆ, ਜਿਹੜਾ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਪਰਮਾਤਮਾ, ਉਹਦੇ ਨਾਲ ਜਦੋਂ ਦਾ ਮੇਰਾ ਮਨ ਮਿਲ ਗਿਆ, ਸੱਚੇ ਰਹਿਆ ਸਮਾਏ, ਮੇਰੀ ਸੁਰਤ ਜਿਹੜੀ ਸੀ ਉਹ ਸੱਚੇ ਨਾਮ ਦੇ ਵਿੱਚ, ਗੁਰੂ ਦੇ ਸ਼ਬਦ ਵਿੱਚ ਟਿਕ ਗਈ। ਨਾਨਕ ਹਉ ਬਲਿਹਾਰੀ ਤਿੰਨ ਕੋ, ਜੋ ਚੱਲਣ ਸਤਿਗੁਰ ਭਾਏ। ਧੰਨ ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਕਰਦੇ, ਮੈਂ ਉਹਨਾਂ ਤੋਂ ਸਦਕੇ ਜਾਂਦਾ ਏ, ਉਹਨਾਂ ਤੋਂ ਬਲਿਹਾਰ ਜਾਂਦਾ ਜਿਹੜੇ ਗੁਰੂ ਦੀ ਰਜ਼ਾ ਦੇ ਵਿੱਚ, ਗੁਰੂ ਦੇ ਭਾਣੇ ਵਿੱਚ, ਗੁਰੂ ਦੇ ਪ੍ਰੇਮ ਵਿੱਚ ਚੱਲਦੇ ਨੇ। ਮਹੱਲਾ ਤੀਜਾ। ਬਿਨ ਸ਼ਬਦੈ ਸੁਧ ਨਾ ਹੋਵਈ, ਜੇ ਅਨੇਕ ਕਰੇ ਸ਼ਿੰਗਾਰ। ਹਜੂਰ ਪਾਤਸ਼ਾਹ ਕਹਿੰਦੇ, ਬਾਹਰੋਂ ਜਿੰਨੇ ਮਰਜ਼ੀ ਸ਼ਿੰਗਾਰ ਕਰ ਲੈ, ਬਾਹਰੋਂ ਜਿੰਨੇ ਧਾਰਮਿਕ ਮਰਜ਼ੀ ਲਿਬਾਸ ਪਾ ਲੈ, ਪਰ ਅੰਦਰ ਸੁੱਧ ਉਦੋਂ ਹੋਵੇਗਾ ਜਦੋਂ ਗੁਰੂ ਦਾ ਸ਼ਬਦ ਤੇਰੇ ਅੰਦਰ ਵਸ ਜਾਵੇਗਾ। ਬਾਹਰੋਂ ਧਾਰਮਿਕ ਲਿਬਾਸ ਪਾਉਣ ਦੇ ਨਾਲ ਤੂੰ ਧਾਰਮਿਕ ਨਹੀਂ ਹੋ ਸਕਦਾ। ਬਾਹਰ ਦੇ ਲਿਬਾਸ ਵੇਖ ਕੇ ਰੱਬ ਨੇ ਤੇਰੇ ਤੇ ਖੁਸ਼ ਨਹੀਂ ਹੋਣਾ। ਉਹਨੇ ਖੁਸ਼ ਹੋਣਾ ਜਦੋਂ ਗੁਰੂ ਦਾ ਸ਼ਬਦ ਤੇਰੇ ਹਿਰਦੇ ਦੇ ਵਿੱਚ ਵਸ ਗਿਆ। ਬਿਨ ਸ਼ਬਦੈ ਸੁਧ ਨਾ ਹੋਵੇ, ਗੁਰੂ ਦੇ ਸ਼ਬਦ ਤੋਂ ਬਿਨਾਂ ਤੇਰਾ ਹਿਰਦਾ ਪਵਿੱਤਰ ਨਹੀਂ ਹੋ ਸਕਦਾ। ਜੇ ਅਨੇਕ ਕਰੇ ਸ਼ਿੰਗਾਰ, ਬਾਹਰ ਦੇ ਜਿੰਨੇ ਮਰਜ਼ੀ ਸ਼ਿੰਗਾਰ ਕਰ ਲੈ, ਫਿਰ ਕੀ ਸਾਰ ਨਾ ਜਾਣੇ, ਦੂਜੇ ਭਾਏ ਪਿਆਰ, ਫਿਰ ਪਤੀ ਪਰਮਾਤਮਾ ਉਹਦੀ ਸਾਰ ਨਹੀਂ ਜਾਣੀ, ਭਾਵ ਕਿ ਉਹਦਾ ਗੁਣ ਨਹੀਂ ਜਾਣਿਆ, ਉਹਦੇ ਉਪਕਾਰਾਂ ਨੂੰ ਨਹੀਂ ਜਾਣਿਆ। ਦੂਜੇ ਭਾਏ ਪਿਆਰ, ਦਵੈਤ ਭਾਵ ਸੰਸਾਰ ਦੇ ਨਾਲ ਮੋਹ ਲੱਗਾ ਹੋਇਆ ਹੈ, ਦੁਨੀਆ ਨੂੰ ਹੀ ਸਾਰਾ ਕੁਝ ਸਮਝ ਕੇ ਬੈਠ ਗਿਆ। ਸਾਕ ਸੁਧ ਸਾਕ ਕੋ ਲਖਣੀ, ਨਾਨਕ ਨਾਰੀ ਵਿੱਚ ਕੁਨਾਰ। ਤੇ ਹਜੂਰ ਕਿਰਪਾ ਕਰਦੇ, ਕਹਿੰਦੇ ਅਸਲ ਦੇ ਵਿੱਚ ਉਹ ਕਸੁੱਧ, ਭੈੜੇ ਹਿਰਦੇ ਵਾਲੀ, ਭੈੜੇ ਲੱਛਣਾਂ ਵਾਲੀ ਤੇ ਇਸਤਰੀਆਂ ਦੇ ਵਿੱਚ ਭੈੜੀ ਇਸਤਰੀ ਮੰਨੀ ਗਈ, ਭਾਵ ਕਿ ਉਹ ਜੀਵ ਰੂਪੀ ਇਸਤਰੀ ਜਿਹੜੀ ਹੈ, ਜਿਹੜੀ ਆਪਣੇ ਪਤੀ ਪਰਮਾਤਮਾ ਦੀ ਸਾਰ ਨਹੀਂ ਜਾਣਦੀ, ਇੱਜ਼ਤ ਨਹੀਂ ਕਰਦੀ, ਆਪਣੇ ਪਤੀ ਪਰਮਾਤਮਾ ਵਾਹਿਗੁਰੂ ਦੀ ਆਗਿਆ ਵਿੱਚ ਜਿਹੜੀ ਜੀਵ ਇਸਤਰੀ ਨਹੀਂ ਚੱਲਦੀ, ਉਹ ਭੈੜੇ ਹਿਰਦੇ ਵਾਲੀ ਤੇ ਭੈੜੇ ਲੱਛਣਾਂ ਵਾਲੀ, ਤੇ ਉਹ ਸੰਸਾਰ ਦੇ ਵਿੱਚ ਜੀਵ ਰੂਪੀ ਇਸਤਰੀਆਂ ਦੇ ਵਿੱਚ ਭੈੜੀ ਨਾਰ ਉਹਨੂੰ ਗਿਣਿਆ ਜਾਂਦਾ ਹੈ। ਪੌੜੀ। ਹਰ ਹਰ ਆਪਣੀ ਦਇਆ ਕਰ, ਹਰ ਬੋਲੀ ਬਹਿਣੀ। ਇਹ ਵਾਹਿਗੁਰੂ ਜੀ ਆਪਣੀ ਦਇਆ ਕਰੋ, ਮਿਹਰ ਕਰੋ, ਤਾਂ ਕਿ ਮੈਂ ਆਪ ਜੀ ਦੀ ਬਾਣੀ ਨੂੰ ਬੋਲ ਸਕਾਂ, ਆਪ ਜੀ ਦੇ ਗੁਣਾਂ ਨੂੰ ਬੋਲ ਸਕਾਂ, ਆਪ ਜੀ ਦੇ ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਸਕਾਂ। ਹਰ ਨਾਮ ਧਿਆਈ ਹਰ ਉਚਰਾਂ, ਹਰ ਵੇਲੇ ਆਪ ਜੀ ਦੇ ਨਾਮ ਨੂੰ ਧਿਆਵਾਂ, ਆਪ ਜੀ ਦੇ ਨਾਮ ਦਾ ਉਚਾਰਨ ਕਰਾਂ। ਹਰ ਲਾਹਾ ਲੈਣੀ। ਤੇ ਮਹਾਰਾਜ ਸਮਝ ਆ ਗਈ ਹੈ ਕਿ ਇਹੀ ਅਸਲ ਦੇ ਵਿੱਚ ਲਾਹਾ ਹੈ। ਔਦ ਘਟੇ ਦਿਨ ਸਰੈਣਾ ਰੇ, ਮਨ ਗੁਰ ਮਿਲ ਕਾਜ ਸਵਾਰੇ। ਦਿਨ ਕਰਕੇ, ਰਾਤ ਕਰਕੇ ਉਮਰ ਘਟਦੀ ਜਾ ਰਹੀ ਹੈ। ਇਸ ਕਰਕੇ ਮਹਾਰਾਜ ਜਿਹੜੇ ਦੁਨੀਆ ਦੇ ਪਦਾਰਥ ਇਕੱਠੇ ਕੀਤੇ ਤੇ ਸਾਰਾ ਕੁਝ ਇੱਕ ਦਿਨ ਇੱਥੇ ਰਹਿ ਜਾਣਾ ਹੈ। ਆਪ ਜੀ ਦੇ ਨਾਮ ਰੂਪੀ ਲਾਹਾ ਲੈ ਕੇ ਜਿਹੜਾ ਸੰਸਾਰ ਤੋਂ ਸੁਰਖਰੂ ਹੋ ਕੇ ਜਾਇਆ ਜਾ ਸਕਦਾ ਹੈ। ਇਸ ਕਰਕੇ ਮੈਂ ਆਪ ਜੀ ਦਾ ਨਾਮ ਸਿਮਰ ਕੇ ਲਾਹਾ ਲੈਣਾ ਚਾਹੁੰਦਾ ਹੈ। ਜੋ ਜਪਦੇ ਹਰ ਹਰ ਦਿਨ ਸਰਾਤ, ਜਿਹੜੇ ਦਿਨ ਰਾਤ ਹਰ ਵੇਲੇ ਉਸ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਉਹਦੇ ਗੁਣਾਂ ਨੂੰ ਯਾਦ ਕਰਦੇ ਨੇ। ਹਉ ਸਾਹਿਬ ਜੀ ਕਿਰਪਾ ਕਰਦੇ, ਹਉ ਕੁਰਬੈਣੀ, ਮੈਂ ਉਹਨਾਂ ਤੋਂ ਕੁਰਬਾਨ ਜਾਨਾ ਜੋ ਜਪਦੇ ਹਰ ਹਰ ਦਿਨ ਸਰਾਤ। ਤਿੰਨ ਹਉ ਕੁਰਬੈਣੀ, ਉਹਨਾਂ ਤੋਂ ਹਰ ਵੇਲੇ ਕੁਰਬਾਨ ਸਦਕੇ ਜਾਨਾ ਹੈ। ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਅਰਾਧਿਆ, ਜਿਹੜਾ ਮੇਰੇ ਪਿਆਰੇ ਸਤਿਗੁਰੂ ਨੂੰ ਅਰਾਧਿਆ ਭਾਵ ਕਿ ਯਾਦ ਰੱਖਿਆ। ਯਾਦ ਰੱਖਣਾ ਕਿਵੇਂ ਹੈ? ਵਾਹਿਗੁਰੂ ਵਾਹਿਗੁਰੂ ਕਰਨਾ ਅਸੀਂ ਸਾਰੇ ਕਰਦੇ ਹਾਂ, ਪਰ ਰੱਬੀ ਗੁਣਾਂ ਨੂੰ ਯਾਦ ਕਰਨਾ ਕਿ ਪਰਮਾਤਮਾ ਕਦੀ ਕਿਸੇ ਦੀ ਨਿੰਦਿਆ ਨਹੀਂ ਕਰਦਾ, ਮੈਂ ਕਿਸੇ ਦੀ ਨਿੰਦਿਆ ਨਹੀਂ ਕਰਨੀ। ਪਰਮਾਤਮਾ ਕਿਸੇ ਦਾ ਮਾੜਾ ਨਹੀਂ ਕਰਦਾ, ਮੈਂ ਕਿਸੇ ਦਾ ਮਾੜਾ ਨਹੀਂ ਕਰਨਾ। ਪਰਮਾਤਮਾ ਕਿਸੇ ਪ੍ਰਤੀ ਮਾੜੀ ਸੋਚ ਨਹੀਂ ਰੱਖਦਾ, ਮੈਂ ਕਿਸੇ ਪ੍ਰਤੀ ਮਾੜੀ ਸੋਚ ਨਹੀਂ ਰੱਖਣੀ। ਇਹ ਹੈ ਰੱਬ ਨੂੰ ਯਾਦ ਕਰਨਾ। ਰੱਬ ਕਿਸੇ ਨਾਲ ਹੇਰਾ ਫੇਰੀ ਨਹੀਂ ਕਰਦਾ, ਮੈਂ ਕਿਸੇ ਨਾਲ ਹੇਰਾ ਫੇਰੀ ਨਹੀਂ ਕਰਨੀ। ਇਹ ਨਹੀਂ ਕਿ ਅਸੀਂ ਬਾਣੀ ਪੜ੍ਹ ਕੇ ਹੇਰਾ ਫੇਰੀ ਵੀ ਕਰੀ ਚੱਲੀਏ, ਵਾਹਿਗੁਰੂ ਵਾਹਿਗੁਰੂ ਜਪਦੇ ਝੂਠ ਵੀ ਬੋਲੀ ਜਾਈਏ, ਠੱਗੀਆਂ ਵੀ ਮਾਰੀ ਜਾਈਏ। ਇਹ ਰੱਬ ਦਾ ਨਾਂ ਨਹੀਂ। ਰੱਬ ਦਾ ਨਾਂ ਉਹ ਹੈ ਜਿਹੜਾ ਉਹਦੇ ਹੁਕਮ ਦੇ ਵਿੱਚ, ਉਹਦੀ ਰਜ਼ਾ ਦੇ ਵਿੱਚ ਜਦੋਂ ਇਨਸਾਨ ਨੇ ਜੀਵ ਨੇ ਚੱਲਣਾ ਸ਼ੁਰੂ ਕਰ ਦਿੱਤਾ। ਤੇ ਸਾਹਿਬ ਕਿਰਪਾ ਕਰਦੇ, ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਅਰਾਧਿਆ, ਜਿਹੜੇ ਮੇਰੇ ਪਿਆਰੇ ਸਤਿਗੁਰ ਨੂੰ ਅਰਾਧਦੇ ਆ, ਯਾਦ ਵਿੱਚ ਰੱਖਦੇ ਆ,
ਤਿੰਨ ਜਣ ਦੇਖਾਂ ਨੈਣੀ, ਆਪਣੇ ਨੇਤਰਾਂ ਦੇ ਨਾਲ ਉਹਨਾਂ ਦੇ ਦਰਸ਼ਨ ਕਰਾਂ। ਤੇ ਸਾਹਿਬ ਜੀ ਕਿਰਪਾ ਕਰਦੇ, ਹਉ ਵਾਰਿਆ ਆਪਣੇ ਗੁਰੂ ਕਾ, ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ। ਮੈਂ ਆਪਣੇ ਗੁਰੂ ਤੋਂ ਸਦਕੇ ਜਾਣਾ ਏ, ਵਾਰਨੇ ਜਾਣਾ ਏ, ਜਿਹਨੇ ਹਰੀ ਰੂਪੀ ਪਰਮਾਤਮਾ ਰੂਪੀ ਸੱਜਣ ਜਿਹੜਾ ਸੀ ਮੈਨੂੰ ਉਹਦੇ ਨਾਲ ਮਿਲਾ ਦਿੱਤਾ ਹੈ। ਇਹ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਹੈ ਅੱਜ ਦੇ ਪਾਵਨ ਸ਼ਬਦ ਦੇ ਰਾਹੀਂ, ਕਿ ਗੁਰੂ ਦੇ ਸ਼ਬਦ, ਗੁਰੂ ਦੇ ਹੁਕਮ ਦੇ ਵਿੱਚ, ਗੁਰੂ ਦੀ ਰਜ਼ਾ ਵਿੱਚ ਚੱਲਣ ਦੇ ਨਾਲ ਸੁੱਖ ਵੀ ਪ੍ਰਾਪਤ ਹੁੰਦਾ ਏ, ਜੰਮਣ ਮਰਨ ਦਾ ਡਰ ਵੀ ਮੁੱਕਦਾ ਏ, ਕਾਲ ਦਾ ਡਰ ਵੀ ਖਤਮ ਹੁੰਦਾ ਏ, ਤੇ ਜੀਵ ਨੂੰ ਸਦੀਵੀ ਸੁੱਖ ਵੀ ਜਿਹੜਾ ਵਾ ਗੁਰੂ ਦੇ ਹੁਕਮ ਦੇ ਵਿੱਚ ਚੱਲਣ ਦੇ ਨਾਲ ਪ੍ਰਾਪਤ ਹੁੰਦਾ ਏ। ਸੋ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਾਨੂੰ ਗੁਰੂ ਦੇ ਹੁਕਮ ਦੇ ਵਿੱਚ, ਗੁਰੂ ਦੀ ਰਜ਼ਾ ਦੇ ਵਿੱਚ ਚੱਲਣਾ ਜਿਹੜਾ ਵਾ ਉਹ ਆ ਜਾਵੇ, ਜਿਸ ਸਦਕਾ ਇਹ ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਸਤਨਾਮ ਸਤਨਾਮ।